देखो जी उन्हां दा जेड़ा खला है वो तो पुर नहीं हो सकता। मेरे उस्ताद मोहतरम मैं क्लास 6 तो लैके क्लास 8 तक जरा सबर करो। प्राइवेट स्कूल से चला रहे हो, उस तो इलावा भी ਤੁਹਾਡੇ ਜਿਹੜਾ ਕੋਈ ਖਾਸ ਮੁਸ਼ਕਲ ਹੈ, ਉਸ ਤੋਂ ਇਲਾਵਾ ਵੀ ਮਸਰੂਫੀਅਤ ਜਿਹੜੀ ਹੈ ਉਹਦੇ ਵਿੱਚ ਕੋਈ ਹੋਰ ਵੀ ਤੁਹਾਡਾ ਇੱਕ ਬੜਾ ਨਾਂ ਹੈ, ਕਿਉਂਕਿ ਬੁੱਧਵਾਲ ਦੇ ਵਿੱਚ ਇੱਕ ਹੋਰ ਕਲੱਬ ਵੀ ਚੱਲਦਾ ਹੈ, ਉਹ ਖੇਲਾਂ ਦੇ ਹਿਸਾਬ ਤੇ ਉਹਦਾ ਬੜਾ ਨਾਂ ਹੈ। ਉਹਦੇ ਵਿੱਚ ਵੀ ਜਿਹੜਾ ਮੇਨ ਜਿਹੜਾ ਨਾਂ ਹੈ ਉਹ ਤੁਹਾਡਾ ਹੀ ਚੱਲਦਾ ਹੈ, ਵਲੈਤ ਖਾਨ ਟਹਿਰ ਉਹ ਜਿਹੜਾ ਵਾਲੀਬਾਲ ਦਾ ਇੱਕ ਕਲੱਬ ਹੈ ਬੁੱਧਵਾਲ ਦਾ, ਕਾਫੀ ਜਗ੍ਹਾ ਤੇ ਇਹਦਾ ਨਾਮ ਵੀ ਲਿਆ ਗਿਆ ਹੈ, ਬੜਾ ਮਸ਼ਹੂਰ ਵੀ ਹੈ ਮਾਸ਼ਾਅੱਲਾ। और जब भी उसका जिक्र होता है जी फाउंडर वो तुसी उहदी बुनियाद जी क्योंकि सब तो ज़्यादा लोग तुहानू जानते हैं, उहदे बारे अपनी कोई राय देना पसंद करोगे तो हुण तुसी इस वक्त जारी रखे है या कितना अरसा पहला तुसी इस चीज़ को ज्वाइन किया है? अल्हम्दुलिल्लाह जी, देखो ये वालीबाल ये एक मिसाल मशहूर है, जिन्हां कौमां दे या जिन्हां पिंडां दे या जिन्हां देहातां दे जिन्हां शहरां दे ग्राउंड आबाद ने उन्हां दे अस्पताल वीरान ने, क्योंकि बच्चे नशे तो पाक हो जाते हैं, अपने जाके ग्राउंड दे विच मैदान विच अपने जोहरात दिखाते हैं और जिस्मानी तौर पे ज़हनी तौर पे मजबूत होते हैं। ये जी देखो असी जिस वेले मैं गवर्नमेंट मिडल स्कूल पंजे शाना पढ़ता सी उस वेले मैं वालीबाल खेलने का आगाज शुरू किया ते उस वक्त भी साढ़े को अल्हम्दुलिल्लाह मैं उस गवर्नमेंट मिडल स्कूल नू 1-2 आज़ाद दवाया है। असी साढ़ा टूर्नामेंट होता उस लैवल उत्ते जाके ना लाले मुझसे उस वक्त भी साड़ी जड़ी है ना गवर्नमेंट स्कूल मिडल दी थर्ड आई ते उससे ही मैंने शौक आ उस शौक दे नाल अल्हम्दुलिल्लाह आज तक जेड़ा ना वो असी इसका आगाज कीते है ते मेरे नाम दे मास्टर वैद वाल क्लब बुद्धवाल मेरे अच्छे दोस्त अच्छे प्लेयर अल्हम्दुलिल्लाह निकले ने, जिहदे विच मशहूर तारीफ जी देखो जी तारक बहुत अच्छा खेलता पे अल्हम्दुलिल्लाह, बाहर भी जा खेलता पे, जिस वे आवे पाकिस्तान भी बहुत खुशी होती है। अख्तर है, उस तो बाद अकमल भट्ट है, अंजम रशीद है ते बुद्धवाल दा नाम अल्हम्दुलिल्लाह हुण एक और दो उभरदे हुए सितारे ने ते मैं बड़े शौक दे नाल बड़ा साल अरसा इस मैदान नूं जेड़ा टाइम दिता है और अल्हम्दुलिल्लाह इस वक्त भी मैं हुण भी यानी कि अपनी मसरूफियात विचों भी मुश्किल दे नाल वक्त कट के एक बारी ग्राउंड दे विच जरूर चक्कर लाना, खेलदा भी आया अल्हम्दुलिल्लाह, अपनी टीम नूं खिलांदा भी आ जी। साडी टीम दा बड़ा क्लब दा नाम है अल्हम्दुलिल्लाह, इहदे विच सारे खिलाड़ियां दी मेहनत है अल्हम्दुलिल्लाह जी। इस वक्त साडे क्लब दा नाम जेड़ा पूरे जिले विच नहीं बल्कि पूरे सरकार हुंदा है ਉਹਦੇ ਚ कितनी ਵਾਰੀ ਜਿਹੜਾ ਤੁਸੀਂ ਪੇਪਰ ਲੈ ਜਾਂਦੇ ਇਹਨਾਂ ਦਾ ਕਿਸ ਤਰ੍ਹਾਂ ਤਨਾਸਬ ਬੱਚੇ ਨੂੰ ਪਾਸ ਜਾਂ ਫੇਲ ਕਰਨ ਦਾ ਉਹ ਤੁਸੀਂ ਇੱਕ ਮਤਲਬ ਤਨਾਸਬ ਰੱਖਦੇ ਹੋ ਕਿ ਉਹਦੇ ਵਿੱਚ ਤੁਹਾਨੂੰ ਕਨਫਰਮ ਹੋ ਜਾਂਦਾ ਹੈ, ਉਹਦੇ ਤਰੀਕੇਕਾਰ ਦੇ ਬਾਰੇ ਆਪਣੀ ਥੋੜੀ ਵਿਚਾਰ ਕਰਦੇ ਮਿਹਰਬਾਨੀ। देखो जी ਸਮੈਸਟਰ ਵਾਈਜ਼ ਗਵਰਨਮੈਂਟ ਦੇ ਲਾਅ ਦੇ ਮੁਤਾਬਕ 3 ਦਫਾ ਸਾਲ ਦੇ ਵਿੱਚ ਜਿਹੜਾ ਨਾ ਪੇਪਰ ਲੈ ਜਾਂਦੇ ਨੇ ਗਵਰਨਮੈਂਟ ਦੇ ਲਾਅ ਦੇ ਮੁਤਾਬਕ। ਮੇਰਾ ਦਾਰਾ ਅਲਹਮਦੁਲਿਲਾ ਰਜਿਸਟਰਡ ਹੈ, ਮੈਂ ਗਵਰਨਮੈਂਟ ਦੇ ਕਾਨੂੰਨ ਦੇ ਤਹਿਤ ਹਾਂ ਤੇ ਮੈਂ ਤਕਰੀਬਨ ਸਾਲ ਦੇ ਵਿੱਚ ਗਵਰਨਮੈਂਟ ਤੋਂ ਇੱਕ ਸਮੈਸਟਰ ਜ਼ਿਆਦਾ ਲੈਣਾ। ਮੈਂ 4 ਮਰਤਬਾ ਜਿਹੜਾ ਇੱਕ ਸਮੈਸਟਰ ਜਿਹੜਾ ਉਹ ਛੁੱਟੀਆਂ ਤੋਂ ਪਹਿਲਾਂ ਲੈ ਲੈਣਾ, ਉਹ ਛੁੱਟੀਆਂ ਹੋ ਜਾਂਦੀਆਂ, ਜੇ ਛੁੱਟੀਆਂ ਹੁੰਦੀਆਂ ਸਾਰੇ ਬੱਚੇ ਜਾ ਕੇ ਜ਼ਿਆਦਾਤਰ ਭੁਲਾ ਕੇ ਆਉਂਦੇ ਨੇ, 1 ਮਹੀਨਾ ਡੇਢ ਅਸੀਂ ਫਿਰ ਉਹਨੂੰ ਆ ਕੇ ਰਿਵੀਜ਼ਨ ਕਰਾ ਕੇ ਉਹੀ ਅਸੀਂ ਨਾ ਮੁਖਤਲਿਫ ਸਵਾਲ ਵਿੱਚ ਚੇਂਜ ਕਰਕੇ ਤੇ ਉਹ ਸਮੈਸਟਰ ਪਹਿਲਾਂ ਫਿਰ ਦੁਬਾਰਾ ਜਿਹੜਾ ਨਾ ਉਹ ਚੇਂਜ ਕਰਕੇ ਤਾਂ ਕਿ ਬੱਚਿਆਂ ਨੇ ਇੱਕ ਵਾਰ ਰਿਵੀਜ਼ਨ ਸਾਰੀ ਹੋ ਜਾਏ ਦੁਬਾਰਾ ਲੈਣਾ। ਫਿਰ ਦਸੰਬਰ ਹੁੰਦਾ, ਫਿਰ ਉਸ ਤੋਂ ਬਾਅਦ ਸਾਡਾ ਜਿਹੜਾ ਫਾਈਨਲ ਹੋ ਜਾਂਦਾ ਹੈ। ਬਾਜ਼ ਔਕਾਤ ਮੇਰੇ ਨਾਲ ਦੋਸਤ ਜਿਹੜੇ ਨਾ ਬੜੀ ਬਹਿਸ ਕਰਦੇ ਨੇ, ਵਾਹ ਤੁਸੀਂ ਜੀ 4 ਸਮੈਸਟਰ ਲੈ ਕੇ ਤੇ ਤੁਹਾਡੇ ਬੱਚਿਆਂ ਦੀ ਜਿਹੜੀ ਖਾਸ ਕਰਕੇ ਜਿਹੜੇ ਮੈਟ੍ਰਿਕ ਵਿੱਚ ਜਾਂ ਐਫ ਵਿੱਚ ਬੱਚੇ ਔਰ ਬੱਚੀਆਂ ਜਾਂਦੇ ਨੇ ਨਾ ਉਹਨਾਂ ਦੀ ਟਾਈਮਿੰਗ ਬੜੀ ਲਾਜ਼ਮੀ ਹੁੰਦੀ ਹੈ, ਕਿਉਂਕਿ ਅਸੀਂ ਇੱਥੇ ਉਹਨਾਂ ਨੂੰ ਪੂਰਾ ਸਿਖਲਾਕ ਭੇਜਨੇ ਆ, ਪੂਰਾ ਟਾਈਮਿੰਗ ਦਿੰਨੇ ਆ, ਇਸ ਟਾਈਮ ਦੇ ਵਿੱਚ ਤੁਸੀਂ ਆਪਣੇ ਪੇਪਰ ਹੱਲ ਕਰਨੇ ਨੇ। ਤੇ ਖਾਸ ਕਰਕੇ ਜਿਹੜੀਆਂ ਸਾਡੀਆਂ ਬੋਰਡ ਦੀਆਂ ਕਲਾਸਾਂ ਹੁੰਦੀਆਂ ਹੀ ਪਹਿਲਾਂ 5ਵੀਂ 8ਵੀਂ 9ਵੀਂ 10ਵੀਂ 5ਵੀਂ 8ਵੀਂ ਤੇ ਗਵਰਨਮੈਂਟ ਨੇ ਖਤਮ ਕਰ ਦਿੱਤਾ ਬੋਰਡ ਦਾ
ਤੇ ਹੁਣ 9ਵੀਂ 10ਵੀਂ ਤੇ 11ਵੀਂ 12ਵੀਂ ਦੇ ਸੀ ਬੱਚੀਆਂ ਦੀ ਗੱਲ ਕਰ ਰਹਾ ਮੈਂ ਤੇ ਉਹਦੇ ਵਾਸਤੇ ਨਾ ਅਸੀਂ ਜਿੰਨਾ ਮਸਲਨ ਅੱਜ ਇੱਕ ਸਵਾਲ ਦਿੱਤਾ ਹੈ ਜਾਂ 2 ਸਵਾਲ ਦਿੱਤੇ ਨੇ ਉਹਨਾਂ ਦੇ ਪਹਿਲਾਂ ਸੁਣਦੇ ਸੀ ਸੁਣਨਾ ਜ਼ਬਾਨੀ ਬੱਚਿਆਂ ਨੂੰ ਆ ਜਾਂਦਾ ਹੈ ਲੇਕਿਨ ਅਸੀਂ ਉਹਨਾਂ ਦੀ ਲਿਖਾਈ ਲਿਖਾਣੇ ਆ ਟੈਸਟ ਲੈਣੇ ਆ ਟੈਸਟ ਲੈ ਕੇ ਫਿਰ ਮਸਲਨ ਉਹਨਾਂ ਜਿਹੜੇ ਲਫ਼ਜ਼ ਗਲਤ ਲਿਖੇ ਹੁੰਦੇ ਨੇ ਉਹਨਾਂ ਨੂੰ ਆਖਣਾ ਬੇਟਾ ਇਹ ਤੁਹਾਡੀ ਗਲਤੀ ਹੈ ਇਤਨੇ ਟਾਈਮ ਵਿੱਚ ਤੁਸੀਂ ਇਹ ਸਵਾਲ ਹੱਲ ਕਰਨਾ ਹੈ ਇਤਨੇ ਟਾਈਮ ਵਿੱਚ ਇਹ ਸਵਾਲ ਤੁਸੀਂ ਲਿਖਣਾ ਹੈ ਉਹਨਾਂ ਦੀ ਲਿਖਾਈ ਜ਼ਿਆਦਾ ਹੁੰਦੀ ਹੈ ਹਾਲਾਂਕਿ ਕਲਾਸ 9 ਔਰ ਕਲਾਸ 10 ਦੀ ਮੈਂ ਗੱਲ ਕਰ ਰਿਹਾ ਅਸੀਂ ਜਾ ਕੇ ਸਮਝ ਲਓ ਜਨਵਰੀ ਔਰ ਫਰਵਰੀ ਪੂਰਾ ਹੀ ਮਹੀਨਾ ਇਹਨਾਂ ਦੇ ਮੁxtਲਿਫ ਵੀਕ ਦੇ ਵਿੱਚ ਟੈਸਟ ਹੁੰਦੇ ਨੇ ਉਹਨਾਂ ਦੀ ਪੂਰੀ ਟਾਈਮਿੰਗ ਬਣ ਜਾਂਦੀ ਹੈ ਸਵਾਲ ਲਿਖਣ ਦਾ ਤਰੀਕਾ ਆ ਜਾਂਦਾ ਹੈ ਟਾਈਮ ਦਾ ਉਹਨਾਂ ਨੂੰ ਪਤਾ ਚੱਲ ਜਾਂਦਾ ਹੈ ਜਿਸ ਵੇਲੇ ਬੋਰਡ ਦੇ ਵਿੱਚ ਜਾਂਦੇ ਨੇ ਅਲਹਮਦੁਲਿਲਾ ਉਸ ਹਿਸਾਬ ਦੇ ਨਾਲ ਉਹ ਬੜੇ ਅੱਛੇ ਤਰੀਕੇ ਨਾਲ ਆਪਣੀ ਟਾਈਮਿੰਗ ਦੇ ਹਿਸਾਬ ਨਾਲ ਪੇਪਰ ਹੱਲ ਕਰ ਲੈਂਦੇ ਨੇ ਔਰ ਲਿਖਣ ਔਰ ਲਿਖਾਈ ਦੀ ਜਿਹੜੀ ਉਹਨਾਂ ਦਾ ਬਿਹਤਰੀਨ ਜਿਹੜਾ ਤਰਜ਼ ਅੰਦਾਜ਼ ਹੋ ਜਾਂਦਾ ਹੈ ਬਾਕੀ ਤੁਹਾਡਾ ਮਾਸ਼ਾਅੱਲਾ ਰਿਜ਼ਲਟ ਵੀ ਬਹੁਤ ਅੱਛਾ ਹੋ ਰਿਹਾ ਕਾਫੀ ਰਿਜ਼ਲਟ ਕਾਰਡ ਵੀ ਤੁਹਾਨੂੰ ਆ ਰਿਹਾ ਨਾਲ ਮਾਸ਼ਾਅੱਲਾ ਅੱਗੇ ਵੀ ਸਾਰਾ ਨਹੀਂ ਦੇ ਬਾਰੇ ਜਾਮਿਆ ਕੋਲ ਉਹ ਵੇ ਕੀਤੀ ਹੈ ਸਾਡੀ ਜਿਹੜਾ ਤੁਸੀਂ ਮਤਲਬ ਰਿਜ਼ਲਟ ਹੁੰਦਾ ਹੈ ਉਸਦੇ ਬਾਰੇ ਕਾਫੀ ਚੀਜ਼ਾਂ ਤੁਸੀਂ ਐਕਸਪੈਰੀਮੈਂਟ ਕਰਦੇ ਹੋ ਕਿਉਂਕਿ ਨਾਲ ਦੱਸ ਰਿਹਾ ਤੁਹਾਨੂੰ ਇਹ ਬੇਸਿਕ ਚੀਜ਼ ਹੈ ਕਿ ਮਤਲਬ ਹੈ ਉਹਦੇ ਵਿੱਚ ਅਵੇਅਰਨੈਸ ਹੁੰਦੀ ਹੈ ਜਿਹੜੇ ਵਾਲਿदैन ਵਾਸਤੇ ਕਿ ਉਹਨਾਂ ਨੂੰ ਆਪਣੇ ਬੱਚਿਆਂ ਦੇ ਬਾਰੇ ਪਤਾ ਲੱਗ ਜੇ ਤੇ ਉਹਨਾਂ ਨੇ ਉਹਦੇ ਜਿਹੜਾ ਸਾਲ ਉਹਨਾਂ ਨੇ ਮਿਹਨਤ ਕੀਤੀ ਤਾਂ ਉਹਨਾਂ ਨੂੰ ਅਜਰ ਲੱਭੇ ਉਹਦੇ ਵਾਸਤੇ ਤੁਸੀਂ ਬੇਸਿਕ ਉਹਨਾਂ ਨੂੰ ਸਿਖਾਉਂਦੇ ਹੋ ਪਹਿਲਾਂ ਜਿਹੜਾ ਬੱਚੇ ਜਿਹੜੇ ਇਹ ਚੀਜ਼ਾਂ ਜਿਹੜੀਆਂ ਨੇ ਇਵੈਂਟ ਜਿਹੜਾ ਨਾ ਪੂਰੇ ਸਾਲ ਦਾ ਹੁੰਦਾ ਹੈ ਤੇ ਅਸੀਂ ਬੜੇ ਬੜੇ ਸਕੂਲਾਂ ਵਿੱਚ ਜਾਂਦੇ ਆ ਜਿਹੜੇ ਇਵੈਂਟ ਕਰਾਉਂਦੇ ਨੇ ਸਾਲਾਨਾ ਰਿਜ਼ਲਟ ਦਾ ਤਕਸੀਮੇ ਇਨਾਮਾਤ ਬੜਿਆ ਸਕੂਲਾਂ ਦਾ ਤੇ ਤਰਜ਼ ਅਮਲ ਹੈ ਜੀ ਉਹ ਰਿਜ਼ਲਟ ਤਿਆਰ ਕਰ ਲੈਂਦੇ ਨੇ ਵਾਲਿदैन ਨੂੰ ਬੁਲਾ ਲੈਂਦੇ ਨੇ ਲੈ ਇਹ ਜੀ ਇਹ ਤੁਹਾਡੇ ਬੱਚੇ ਦਾ ਰਿਜ਼ਲਟ ਹੈ ਇਹ ਲੈ ਜਾਓ ਅਸੀਂ ਜੀ ਦੇਖੋ ਜਿਹੜਾ ਨਗਮਾ ਹੁੰਦਾ ਹੈ ਤਕਰੀਰਾਂ ਹੁੰਦੀਆਂ ਨੇ ਬਿਲਕੁਲ ਇਹਨਾਂ ਨੂੰ ਪ੍ਰੋਪਰ ਟਾਈਮ ਦੇਈਦਾ ਪ੍ਰੋਪਰ ਟਾਈਮ ਦੇ ਕੇ ਉਹਨਾਂ ਦੀ ਤਿਆਰੀ ਕਰਾਈ ਦੀ ਤਿਆਰੀ ਕਰਾ ਕੇ ਜਿਸ ਵੇਲੇ ਇਵੈਂਟ ਦੇ ਵਿੱਚ ਜਿੰਨੇ ਮਹਿਮਾਨ ਆਉਂਦੇ ਨੇ ਅਲਹਮਦੁਲਿਲਾ ਦੇਖੋ ਛੋਟਾ ਜਿਹਾ ਇਹ ਪਿੰਡ ਹੈ ਉਸ ਪਿੰਡ ਦੇ ਨਾਲ ਥੋੜੇ ਜਿਹੇ ਸਾਡੇ ਜਿਹੜੇ ਤੇ ਉਸ ਇਵੈਂਟ ਵਾਸਤੇ ਸਾਨੂੰ ਨਾ ਕਾਫੀ ਮਿਹਨਤ ਦਰਕਾਰ ਹੁੰਦੀ ਹੈ ਉਹਦੇ ਵਿੱਚ ਸਾਡੀਆਂ ਜਿਹੜਾ ਸਾਡੇ ਸਟਾਫ ਦੀ ਬੜੀ ਮਿਹਨਤ ਹੁੰਦੀ ਹੈ ਖਸੂਸਨ ਉਹਨਾਂ ਬੱਚਿਆਂ ਦੀ ਬੜੀ ਮਿਹਨਤ ਹੁੰਦੀ ਹੈ ਜਿਹੜਾ ਪਿਕ ਕਰ ਲੈਂਦੇ ਨੇ ਬਾਕੀ ਜਿਹੜਾ ਤੁਸੀਂ ਫਨੀ ਪ੍ਰੋਗਰਾਮ ਜਿਹੜਾ ਉਹਦੇ ਵਿੱਚ ਮਜ਼ਾਹੀਆ ਕਵਾਲੀ ਉਹਦੇ ਵਾਸਤੇ ਕੀ ਸਟ੍ਰੈਟਜੀ ਬਣਾਉਂਦੇ ਹੋ ਕਿ ਬੱਚਿਆਂ ਨੂੰ ਤਿਆਰ ਕਰਦੇ ਹੋ ਤੇ ਕਿੰਨੇ ਦਿਨ ਤੁਹਾਨੂੰ ਲੱਗ ਜਾਂਦੇ ਨੇ ਉਹ ਜੀ ਦੇਖੋ ਅਸੀਂ ਇੱਕ ਸਾਫਜ਼ਾਰ ਹੈ ਉਹ ਕੁਆਲੀ ਨੂੰ ਕੱਢਣਾ ਹੁੰਦਾ ਹੈ ਕੁਆਲੀ ਕੱਢ ਕੇ ਉਹਦੀ ਫਿਰ ਇੱਕ ਕਾਪੀ ਕਰਨੀ ਹੁੰਦੀ ਕਾਪੀ ਕਰਾ ਕੇ ਤੇ ਉਹਨਾਂ ਨੂੰ ਮੁxtਲਿਫ ਜਿਸ ਤਰ੍ਹਾਂ ਉਹ ਬਹਿੰਦੇ ਨੇ ਉਸ ਤਰ੍ਹਾਂ ਬਿਠਾ ਕੇ ਤੇ ਉਹਨਾਂ ਨੂੰ ਤਰੀਕੇ ਨਾਲ ਤੂੰ ਬੇਟਾ ਇੱਥੇ ਐ ਨਹੀਂ ਕਰਨਾ ਤੂੰ ਯਾਨੀ ਕਿ ਇਸ਼ਾਰਾਤ ਜਿਹਨੂੰ ਆਖਦੇ ਨੇ ਇਸ਼ਾਰੇ ਉਹ ਇਸ਼ਾਰਿਆਂ ਦੇ ਨਾਲ ਸਾਨੂੰ ਕਾਫੀ ਮਿਹਨਤ ਕਾਫੀ ਗੁੱਸਾ ਵੀ ਆਉਂਦਾ ਲੇਕਿਨ ਗੁੱਸੇ ਦੇ ਨਾਲ ਕੰਮ ਨਹੀਂ ਚੱਲਦੇ ਫਿਰ ਅਸੀਂ ਬੜੇ ਨਾ ਤਰੀਕੇ ਦੇ ਨਾਲ ਬੜੇ ਸਬਰ ਦੇ ਨਾਲ ਉਹਨਾਂ ਨੂੰ ਆਸਤਾ ਆਸਤਾ ਸਮਝਾਉਂਦੇ ਅਲਹਮਦੁਲਿਲਾ ਫਿਰ ਤੁਸੀਂ ਵੀ ਸਾਡੇ ਰਿਜ਼ਲਟਾਂ ਦੇ ਕਾਫੀ ਦੇਰ ਤੱਕ ਆਉਂਦੇ ਹੋ ਉਹ ਤੁਹਾਨੂੰ ਪਤਾ ਹੈ ਤੇ ਉਹ ਜਿਤਨੇ ਫਿਰ ਆਉਂਦੇ ਨੇ ਮਹਿਮਾਨ ਬਾਹਰੋਂ ਆਉਂਦੇ ਨੇ ਦੇਖੋ ਪੰਜਾਬ ਟੀਚਰ ਯੂਨੀਅਨ ਦੇ ਸਦਰ ਯਾਨੀ ਕਿ ਆਲ ਪੰਜਾਬ ਦੇ ਜਿਹੜੇ ਸਦਰ ਨੇ ਆਲ ਪਾਕਿਸਤਾਨ ਦੇ ਜਿਹੜੇ ਸਦਰ ਨੇ ਪੰਜਾਬ ਟੀਚਰ ਯੂਨੀਅਨ ਉਹ ਆਉਂਦੇ ਨੇ ਇੱਥੇ ਉਹ ਬੜੇ ਖੁਸ਼ ਹੋ ਕੇ ਜਾਂਦੇ ਨੇ ਤੇ ਚੌਧਰੀ ਮੁਹੰਮਦ ਰਫੀ ਅਤਰ ਸਾਹਿਬ ਜਾਂ ਜਿਤਨੇ ਇਸ ਤੋਂ ਬਾਅਦ ਜਿਤਨੇ ਇਹੋ ਆਏ ਨੇ ਉਹ ਮੁxtਲਿਫ ਫੰਕਸ਼ਨਾਂ ਦੇ ਵਿੱਚ ਜਾ ਕੇ ਸਾਡੇ ਅਦਾਰੇ ਦਾ ਨਾਮ ਲੈਂਦੇ ਨੇ ਜੀ ਰਿਜ਼ਲਟ ਦੇਖਣਾ ਹੋਵੇ ਤੇ ਚੌਧਰੀ ਬਲੈਸ ਸਾਹਿਬ ਦਾ ਦੇਖੋ ਜਾ ਕੇ ਫਾਤਿਮਾ ਜਨਾ ਦਾ ਦੇਖੋ ਔਰ ਅਲਹਮਦੁਲਿਲਾ ਜਿਤਨਾ ਅਸੀਂ ਇਸ ਰਿਜ਼ਲਟ ਉੱਤੇ ਆਪਣਾ ਅਖਰਾਜਾਤ ਕਰਨੇ ਆ ਨਾ ਉਹ ਸਭ ਤੋਂ ਜ਼ਿਆਦਾ ਹੁੰਦੇ ਨੇ ਬੜੇ ਬੜੇ ਸਕੂਲ ਨੇ ਉਹ ਆਪਣਾ ਰਿਜ਼ਲਟ ਤਿਆਰ ਕੀਤਾ ਬੱਚਿਆਂ ਨੂੰ ਦੇ ਛੜਿਆ ਹਾਲਾਂਕਿ ਅਸੀਂ ਇਹਨਾਂ ਬੱਚਿਆਂ ਉੱਤੇ ਜਿਹੜੀ ਹੈ ਨਾ ਇਹ ਫੰਕਸ਼ਨ ਵਾਸਤੇ ਵੀ ਸਾਨੂੰ ਬੜੀ ਸਖਤ ਮਿਹਨਤ ਔਰ ਲੱਗਣ ਦੀ ਜ਼ਰੂਰਤ ਹੁੰਦੀ ਹੈ ਜਿਹਦੇ ਵਿੱਚ ਮੇਰਾ ਸਟਾਫ ਮੈਂ ਵੀ ਥੋੜੀ ਜੀ ਕੋਸ਼ਿਸ਼ ਕਰ ਹੀ ਲੈਣਾ ਤੇ ਉਸ ਨਾਲ ਅਲਹਮਦੁਲਿਲਾ ਕਾਮਯਾਬ ਤਰੀਨ ਬੱਚੇ ਨੇ ਔਰ ਵਾਲਿदैन ਵੀ ਬੜੇ ਖੁਸ਼ ਹੁੰਦੇ ਨੇ ਬਾਕੀ ਰਵੀ ਸਾਹਿਬ ਦਾ ਇੱਕ ਬੜਾ ਖਲਾ ਹੈ ਕਿ ਉਹਨਾਂ ਦਾ ਇੱਕ ਬੜਾ ਨਾਂ ਰਵੀ ਸਾਹਿਬ ਦਾ ਉਹਨਾਂ ਦੇ ਬਾਰੇ ਆਪਣੇ ਤਾਸਰਾਤ ਕੇ ਤੁਹਾਡੇ ਬੜੇ ਅੱਛੇ ਜਿਹੜੇ ਕਿਉਂਕਿ ਉਹ ਰਹਿਨੁਮਾ ਇੱਕ ਹਿਸਾਬ ਤੇ ਉਹਨਾਂ ਨੇ ਵੀ ਕਾਫੀ ਜਿਹੜੇ ਬੱਚੇ ਜਿਹੜੇ ਉਹਨਾਂ ਦੇ ਤਿਆਰ ਹੋ ਕੇ ਤੇ ਅੱਜ ਉਹ ਕਈ ਸਕੂਲਾਂ 'ਚ ਪੜ੍ਹਾ ਰਹੇ ਨੇ ਉਹਨਾਂ ਦਾ ਖਿਲਾ ਜਿਹੜਾ ਨਾ ਉਹ ਪੂਰਾ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਦਾ ਇੱਕ ਬੜਾ ਨਾਂ ਰਵੀ ਸਾਹਿਬ ਦਾ ਕੋੜੀ ਆਲਮ ਤੋਂ ਉਹਨਾਂ ਦੇ ਬਾਰੇ ਕੋਈ ਆਪਣੇ ਖਿਆਲਾਤ ਦਾ ਇਜ਼ਹਾਰ ਕਰੋ ਦੇਖੋ ਜੀ ਉਹਨਾਂ ਦਾ ਜਿਹੜਾ ਖਿਲਾ ਹੈ ਉਹ ਤੇ ਪੂਰ ਨਹੀਂ ਹੋ ਸਕਦਾ ਮੇਰੇ ਉਸਤਾਦ मोहतरम मैं क्लास 6 ਤੋਂ ਲੈ ਕੇ क्लास 8 ਤੱਕ ਉਹਨਾਂ ਤਾਲਿਬ ਇਲਮ ਰਿਹਾ ਤੇ ਬੜੇ ਪਿਆਰ ਮੁਹੱਬਤ ਨਾਲ ਪੜ੍ਹਾਉਂਦੇ ਰਹੇ ਨੇ ਤੇ ਮੁxtਲਿਫ ਸਕੂਲਾਂ ਵਿੱਚ ਉਹ ਹੈਡਮਾਸਟਰ ਵੀ ਰਹੇ ਨੇ ਇਹੋ ਜਿਸ ਵੇਲੇ ਰਹੇ ਨੇ ਉਹਨਾਂ ਨੇ ਨਾ ਗਵਰਨਮੈਂਟ ਔਰ ਪ੍ਰਾਈਵੇਟ ਅਦਾਰਿਆਂ ਨੂੰ ਬਰਾਬਰ ਲੈਵਲ ਇੱਕ ਲੈਵਲ ਦਿੱਤਾ ਹੈ
ਜਿੱਦਾਂ ਉਹਨਾਂ ਦੇ ਦੌਰ ਦੇ ਵਿੱਚ ਜਿਤਨੇ ਪ੍ਰਾਈਵੇਟ ਨੇ ਤਰੱਕੀ ਕੀਤੀ ਹੈ ਸ਼ਾਇਦ ਅੱਜ ਤੱਕ ਤਰੱਕੀ ਨਹੀਂ ਕੀਤੀ। ਤੇ ਉਹਨਾਂ ਦੀ ਜਿਹੜੀ ਮਿਹਨਤ ਔਰ ਲਗਨ ਹੁੰਦੀ ਹੈ ਨਾ, ਅਸੀਂ ਇਹ ਜਿਤਨੇ ਫੰਕਸ਼ਨ ਸਾਡੇ ਕਾਮਯਾਬ ਹੁੰਦੇ ਨੇ ਨਾ ਪੇ, ਉਹ ਸਾਨੂੰ ਬੜੀਆਂ ਟਿੱਪਾਂ ਦਿੰਦੇ ਸੀ, ਬੜਾ ਸਾਨੂੰ ਤਰੀਕੇ ਨਾਲ ਸਮਝਾਉਂਦੇ ਆ, ਬੜੇ ਸਾਨੂੰ ਉਹ ਤਰੀਕੇ ਨਾਲ ਸਮਝਾਉਂਦੇ ਆ, ਇਹ ਐਟਮ ਇਸ ਤਰ੍ਹਾਂ ਕਰਨਾ ਹੈ, ਇਸ ਮਹਿਮਾਨ ਨੂੰ ਇਸ ਵਕਤ ਬੁਲਾਣਾ ਹੈ, ਇਸ ਮਹਿਮਾਨ ਨੂੰ ਇਸ ਵਕਤ ਬੁਲਾਣਾ ਹੈ। ਤੇ ਉਹਨਾਂ ਦਾ ਜਿਹੜਾ ਖਲਾ ਹੈ ਨਾ, ਉਹ ਕਦੇ ਵੀ ਮੇਰੀ ਆਪਣੀ ਜ਼ਿੰਦਗੀ ਵਿੱਚ ਪੂਰ ਨਹੀਂ ਹੋ ਸਕਦਾ। ਲੇਕਿਨ ਮੈਂ ਅੱਲਾਹ ਤਾਲਾ ਦੀ ਦੁਆ ਹੀ ਕਰਨਾ, ਅੱਲਾਹ ਤਾਲਾ ਉਹਨਾਂ ਦਾ ਦਰਜਾਤ ਬੁਲੰਦ ਫਰਮਾਵੇ ਤੇ ਅੱਲਾਹ ਉਹਨਾਂ ਨੂੰ ਜੰਨਤਾਂ ਵਿੱਚ ਘਰ ਅਤਾ ਫਰਮਾਵੇ। ਤੇ ਬਾਕੀ ਉਹਨਾਂ ਦਾ ਜਿਹੜਾ ਖਲਾ ਹੈ ਨਾ, ਇਹ ਹੋ ਨਹੀਂ ਸਕਦਾ। ਦੇਖੋ ਉਹਨਾਂ ਦੇ ਹਜ਼ਾਰਾਂ यानी कि हजार ते मैं लफज कम कह रही हूं, लाखों जेडे ने ना शागिर्द ने मुख्तलिफ स्टेजां उत्ते ने ते मुख्तलिफ ओहदियां उत्ते बैठे ने ते उन्हां नूं याद ही करते रहंदे ने। हुण भी कई इहो आए ने, अच्छे इहो आए ने, लेकिन उन्हां जैसा इहो जेड़ा ना असीं अपनी जिंदगी विच नहीं वेखिया, ना ही वेखांदे। असीं अपनी जान नाल वध के उन्हां नाल प्यार करने आ ते उन्हां दा जेड़ा खला है ना, ओह पूर नहीं हो सकदा। बाकी मौत बरहक हर एक दिन आमना है, हर एक ने इस दुनिया तो जाना है। लेकिन वो कामयाब तरीन उस्ताद रहे ने, कामयाब तरीन एईओ साहब रहे ने, कामयाब तरीन डिप्टी साहब रहे ने। अल्हम्दुलिल्लाह जी, उन्हां दा जेड़ा खला है ये ते पूर नहीं हो सकदा। बाकी दुआ ही अल्लाह ताला दे के उन्हां नूं जन्नत अल्लाह तो अल्लाह मुकाम अता फरमाया। बिलाल साहब बहुत अच्छा लग्या माशाअल्लाह जी। बहुत शुक्रिया जनाब जी, अज तुसी साडे वास्ते टाइम कढिया स्पेशल, असीं तुहाडे शुक्रगुजार हां। ते देखण वालियां अगे अपील है, अगर बोलदियां कोई गलती मलती होवे ते भाई माफ कर दिओ, क्योंकि ना असीं ऐसा अज तक कोई इंटरव्यू दिता है ते ना ही साडे कोल किसी ने लिया। देखो मैं भी सादा देखो काफी दिन हो गए, मेरा दिल आ कि मैं बिलाल साहब दा इंटरव्यू खास शख्सियत ने, क्योंकि सिर्फ नहीं कि वो स्कूल लेवल ते भी, बाकी उन्हां दा वॉलीबॉल भी बड़ा नाम, क्योंकि उन्हां दे नां ते अस ताकि टीम जेहड़ी है उन्हां दे नां ते ज्यादा उदा चर्चा है। ते बाकी बहुत अच्छा लग्या माशाअल्लाह जी, बहुत सेशन करके तुहाडे नाल बहुत शुक्रिया जनाब दा जी। अल्लाह हाफिज जी, शुक्रिया। साहब दा जेहड़ा मुकम्मल इंटरव्यू लिया गया है ਉਹਦੇ ਬਾਰੇ ਤੁਹਾਨੂੰ ਮੁਕੰਮਲ ਜਾਮਿਆ ਰਿਪੋਰਟ ਜਿਹੜੀ ਹੈ ਪੇਸ਼ ਕੀਤੀ ਜਾਏ, ਕਿਉਂਕਿ ਇਹਨੂੰ ਆਪਣੇ ਕਮੇਟੀ ਵੀ ਦੱਸਣਾ ਹੈ ਕਿ ਅੱਜ ਦਾ ਜਿਹੜਾ ਇੰਟਰਵਿਊ ਹੈ ਨਸ਼ਿਸਤ ਜਿਹੜੀ ਬਿਲਾਲ ਸਾਹਿਬ ਨਾਲ ਕੈਸੀ ਰਹੀ ਹੈ, ਉਹਨੂੰ लाइक भी शेयर भी कमेंट भी अपनी राय जरूर देनी है। चलो मिलते हैं किसी और व्लॉग में। अस्सलाम वालेकुम।